ਲਾਸਟ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀ ਕਿ ਅਸੀਂ ਫਾਈਨਲ ਅਕਾਊਂਟ ਦੇ ਵਿੱਚ 3 ਅਕਾਊਂਟ ਬਣਾਉਂਦੇ ਹਾਂ, ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲੋਸ ਅਕਾਊਂਟ ਐਂਡ ਦਾ ਬੈਲੈਂਸ ਸ਼ੀਟ। ਠੀਕ ਹੈ, ਲਾਸਟ ਦੇ ਵਿੱਚ ਅਸੀਂ ਟ੍ਰੇਡਿੰਗ ਅਕਾਊਂਟ ਕੀਤਾ ਸੀਗਾ ਕਿ ਉਹਦਾ ਫੋਰਮੇਟ ਕੀ ਹੁੰਦਾ ਹੈ। ਠੀਕ ਹੈ, ਅਤੇ ਉਸਨੂੰ ਅਸੀਂ ਕਿਵੇਂ ਪ੍ਰੀਪੇਅਰ ਕਰਦੇ ਹਾਂ, ਇੱਕ ਉਹਦਾ ਅਸੀਂ ਨੂਮੈਰੀਕਲ ਵੀ ਕਰਕੇ ਦੇਖਿਆ ਸੀਗਾ। ਨੈਕਸਟ ਫੋਰਮੇਟ ਹੈ ਫੋਰਮੇਟ ਆਫ ਪ੍ਰੋਫਿਟ ਐਂਡ ਲੋਸ ਅਕਾਊਂਟ। ਠੀਕ ਹੈ, ਜਿਸ ਤਰ੍ਹਾਂ ਟ੍ਰੇਡਿੰਗ ਅਕਾਊਂਟ ਦਾ ਸੀਗਾ ਉਵੇਂ ਕੀ ਆ ਉਹਨੂੰ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਫੋਰਮੇਟ ਹੈ, ਜਿਵੇਂ ਐਜ਼ ਇਟ ਇਜ਼ ਦਿੱਤਾ ਹੈ ਅਸੀਂ ਉਸੇ ਤਰ੍ਹਾਂ ਠੀਕ ਹੈ ਆਪਣਾ ਜਿਹੜੀ ਐਂਟਰੀਜ਼ ਆ ਪਾਉਂਦੇ ਹਾਂ। ਜਿਵੇਂ ਹੁਣ ਪ੍ਰੋਫਿਟ ਐਂਡ ਲੋਸ ਅਕਾਊਂਟ ਫॉर द ईयर एंडेड, ठीक है, ये लिख के ਡੈਬਿਟ ਐਂਡ ਕ੍ਰੈਡਿਟ ਸਾਈਡ ਤੋਂ ਤੁਹਾਨੂੰ ਪਤਾ ਹੀ ਹੈ ਕਿਹੜੀ ਹੁੰਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਐਕਸਪੈਂਸਿਸ ਦੋ ਤਰ੍ਹਾਂ ਦੀ ਹੁੰਦੀਆਂ ਨੇ, ਡਾਇਰੈਕਟ ਐਕਸਪੈਂਸਿਸ ਐਂਡ ਇਨਡਾਇਰੈਕਟ ਐਕਸਪੈਂਸਿਸ। ਠੀਕ ਹੈ, ਜਿਹੜੇ ਡਾਇਰੈਕਟ ਹੈ ਅਸੀਂ ਉਹਨੂੰ ਟ੍ਰੇਡਿੰਗ ਅਕਾਊਂਟ ਦੇ ਵਿੱਚ ਲਿਖਦੇ ਹਾਂ, ਅਤੇ ਜਿਹੜੇ ਇਨਡਾਇਰੈਕਟ ਐਕਸਪੈਂਸਿਸ ਹੈ ਉਹਨਾਂ ਨੂੰ ਅਸੀਂ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ ਸ਼ੋ ਕਰਦੇ ਹਾਂ। ਦੇਖੋ ਇੱਕ ਰੂਲ ਰੀਡ ਕੀਤਾ ਸੀਗਾ ਅਸੀਂ ਨਾ ਨੋਮੀਨਲ ਅਕਾਊਂਟ ਦਾ ਕਿ ਡੈਬਿਟ ਆਲ ਐਕਸਪੈਂਸਿਸ ਐਂਡ ਲੋਸਿਸ। ਠੀਕ ਹੈ, ਕਿ ਡੈਬਿਟ ਕਰਦੇ ਹਾਂ ਅਸੀਂ ਜੋ ਵੀ ਐਕਸਪੈਂਸਿਸ ਐਂਡ ਲੋਸਿਸ ਹੁੰਦੇ ਨੇ। ਠੀਕ ਹੈ, ਉਹਨਾਂ ਨੂੰ ਅਸੀਂ ਡੈਬਿਟ ਕਰਦੇ ਹਾਂ। ਡੈਬਿਟ ਕਰਦੇ ਹਾਂ ਤਾਂ ਮਤਲਬ ਕਿ ਜਿਹੜੀ ਵੀ ਐਕਸਪੈਂਸਿਸ ਐਂਡ ਲੋਸਿਸ ਆਉਣਗੇ ਅਸੀਂ ਉਹਨੂੰ ਕਿਸ ਸਾਈਡ ਪਾਵਾਂਗੇ, ਪ੍ਰੋਫਿਟ ਐਂਡ ਲੋਸ ਅਕਾਊਂਟ ਦੀ ਡੈਬਿਟ ਸਾਈਡ। ਮੀਨ ਇਹ ਵਾਲੀ ਸਾਈਡ ਕੀ ਹੁੰਦੀ ਨੇ, ਐਕਸਪੈਂਸਿਸ। ਠੀਕ ਹੈ, ਜੋ ਵੀ ਸਾਡੇ ਖਰਚੇ ਹੁੰਦੇ ਆ ਅਸੀਂ ਇਸ ਸਾਈਡ ਡੈਬਿਟ ਸਾਈਡ ਕਰਾਂਗੇ। ਠੀਕ ਹੈ, ਰਿਕਾਰਡ। ਕ੍ਰੈਡਿਟ ਕੀ ਕਰਦੇ ਹਾਂ, ਕ੍ਰੈਡਿਟ ਔਨ ਪ੍ਰੋਫਿਟ ਇਨਕਮ ਐਂਡ ਗੇਨਸ। ਠੀਕ ਹੈ, ਪ੍ਰੋਫਿਟ ਐਂਡ ਇਨਕਮਸ, ਜੋ ਵੀ ਸਾਡੀ ਇਨਕਮ ਹੋਇਆ, ਪ੍ਰੋਫਿਟ ਹੋਇਆ, ਗੇਨ ਹੁੰਦਾ ਅਸੀਂ ਉਹਨੂੰ ਕੀ ਕਰਾਂਗੇ, ਕ੍ਰੈਡਿਟ ਕਰਾਂਗੇ। ਠੀਕ ਹੈ, ਚਲੋ ਹੁਣ ਦੇਖਦੇ ਹਾਂ ਅਸੀਂ। ਠੀਕ ਹੈ, ਜਿਵੇਂ ਹੁਣ ਅਸੀਂ ਟ੍ਰੇਡਿੰਗ ਅਕਾਊਂਟ ਕੀਤਾ ਸੀਗਾ, ਟ੍ਰੇਡਿੰਗ ਅਕਾਊਂਟ ਦੇ ਵਿੱਚ ਅਸੀਂ ਕੀ ਫਾਈਂਡ ਆਊਟ ਕੀਤਾ ਸੀਗਾ, ਗਰੋਸ ਲੋਸ ਜਾਂ ਗਰੋਸ ਪ੍ਰੋਫਿਟ। ਠੀਕ ਹੈ, ਅਗਰ ਸਾਨੂੰ ਗਰੋਸ ਪ੍ਰੋਫਿਟ ਆਉਂਦਾ ਹੈ ਤਾਂ ਅਸੀਂ ਉਸਨੂੰ ਕਿਸ ਸਾਈਡ ਲਿਖਾਂਗੇ, ਪ੍ਰੋਫਿਟ ਹੈ ਤਾਂ ਅਸੀਂ ਉਹਨੂੰ ਕ੍ਰੈਡਿਟ ਕਰਾਂਗੇ, ਕ੍ਰੈਡਿਟ ਪ੍ਰੋਫਿਟ ਕਰਨਾ ਹੈ। ਠੀਕ ਹੈ, ਬਾਏ ਗਰੋਸ ਪ੍ਰੋਫਿਟ ਜਿੰਨੀ ਵੀ ਅਮਾਊਂਟ ਸਾਨੂੰ ਟ੍ਰੇਡਿੰਗ ਅਕਾਊਂਟ ਤੋਂ ਮਿਲਦੀ ਹੈ ਉਹ ਅਸੀਂ ਉਰੇ ਲਿਖ ਦਾਂਗੇ। ਅਗਰ ਸਾਨੂੰ ਲੋਸ ਹੁੰਦਾ ਹੈ, ਲੋਸ ਕੀ ਕਰਨਾ ਅਸੀਂ, ਡੈਬਿਟ ਕਰਨਾ ਹੈ। ਠੀਕ ਹੈ, ਗਰੋਸ ਲੋਸ ਅਸੀਂ ਉਹਨੂੰ ਡੈਬਿਟ ਕਰ ਦਾਂਗੇ। ਨੈਕਸਟ ਹੈ ਜਿਵੇਂ ਸੈਲਰੀਜ਼ ਐਂਡ ਵੇਜਸ। ਦੇਖੋ ਹੁਣ ਕੰਪਨੀ ਨੂੰ ਜੋ ਵੀ ਉਹਨਾਂ ਕੋਲ ਕੰਮ ਕਰਦੇ ਉਹਨੂੰ ਸੈਲਰੀਜ਼ ਐਂਡ ਵੇਜਸ ਦੇਣੇ ਪੈਂਦੇ ਆ। ਠੀਕ ਹੈ, ਤਾਂ ਅਸੀਂ ਲਿਖਾਂਗੇ ਟੂ ਸੈਲਰੀਜ਼ ਐਂਡ ਵੇਜਸ। ਇੱਕ ਗੱਲ ਯਾਦ ਰੱਖਣੀ ਹੈ ਕਿ ਵੇਜਸ ਅਸੀਂ ਵੈਸੇ ਤਾਂ ਟ੍ਰੇਡਿੰਗ ਅਕਾਊਂਟ ਦੇ ਵਿੱਚ ਪਾਉਂਦੇ ਹਾਂ, ਬਟ ਅਗਰ ਟੂ ਸੈਲਰੀਜ਼ ਐਂਡ ਵੇਜਸ ਇਕੱਠਾ ਦਿੱਤਾ ਹੈ ਨਾ ਤਾਂ ਅਸੀਂ ਉਹਨੂੰ ਕਿਹਦੇ ਵਿੱਚ ਪਾਵਾਂਗੇ, ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ। ਅਗਰ ਸਾਨੂੰ ਵੇਜਸ ਐਂਡ ਸੈਲਰੀਜ਼ ਦਿੱਤਾ ਹੈ, ਵੇਜਸ ਐਂਡ ਸੈਲਰੀਜ਼, ਤਾਂ ਅਸੀਂ ਉਹਨੂੰ ਕਿਹਦੇ ਵਿੱਚ ਪਾਵਾਂਗੇ, ਟ੍ਰੇਡਿੰਗ ਅਕਾਊਂਟ ਦੇ ਵਿੱਚ। ਮੀਨ ਫਸਟ ਦੇਖਣਾ ਕੀ ਦਿੱਤਾ, ਜਿਵੇਂ ਸੈਲਰੀਜ਼ ਹੈ, ਸੈਲਰੀਜ਼ ਪ੍ਰੋਫਿਟ ਐਂਡ ਲੋਸ ਦੇ ਵਿੱਚ ਪੈਣੀਆਂ ਨੇ, ਵੇਜਸ ਕਿਹਦੇ ਵਿੱਚ ਪੈਣਗੀਆਂ, ਟ੍ਰੇਡਿੰਗ ਅਕਾਊਂਟ ਦੇ ਵਿੱਚ। ਠੀਕ ਹੈ, ਟੂ ਆਫਿਸ ਸੈਲਰੀਜ਼ ਐਂਡ ਦਾ ਸਟਾਫ ਸੈਲਰੀ। ਠੀਕ ਹੈ, ਜੋ ਵੀ ਆਫਿਸ ਨਾਲ ਰਿਲੇਟਡ ਜਿਹੜੀ ਵੀ ਚੀਜ਼ ਹੈ ਅਸੀਂ ਕਿਹਦੇ ਵਿੱਚ ਪਾਵਾਂਗੇ, ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ। ਠੀਕ ਹੈ, ਅਗਰ ਸਾਨੂੰ ਕੋਈ ਫੈਕਟਰੀ ਨਾਲ ਰਿਲੇਟਡ ਕੋਈ ਵੀ ਚੀਜ਼ ਹੈ ਅਸੀਂ ਉਹਨੂੰ ਕਿਹਦੇ ਵਿੱਚ ਪਾਵਾਂਗੇ, ਟ੍ਰੇਡਿੰਗ ਅਕਾਊਂਟ ਦੇ ਵਿੱਚ। ਠੀਕ ਹੈ, ਨੈਕਸਟ ਹੈ ਟੂ ਪ੍ਰਿੰਟਿੰਗ ਐਂਡ ਸਟੇਸ਼ਨਰੀ। ਠੀਕ ਹੈ, ਉਹਦੇ ਖਰਚੇ ਉਹ ਵੀ ਇਹਦੇ ਵਿੱਚ ਪਾ ਦਾਂਗੇ। ਪੋਸਟੇਜ ਐਂਡ ਟੈਲੀਗ੍ਰਾਮ ਦੇ ਖਰਚੇ ਇਹਦੇ ਵਿੱਚ ਪਾ ਦਾਂਗੇ। ਠੀਕ ਹੈ, ਨੈਕਸਟ ਰੈਂਟ ਐਂਡ ਰੇਟਸ ਐਂਡ ਟੈਕਸਿਸ। ਠੀਕ ਹੈ, ਇੰਸ਼ੋਰੈਂਸ, ਆਫਿਸ ਇੰਸ਼ੋਰੈਂਸ। ਠੀਕ ਹੈ, ਇਹਦੇ ਪਾ ਦਾਂਗੇ। ਐਂਟਰਟੇਨਮੈਂਟ ਐਕਸਪੈਂਸਿਸ, ਟੂ ਆਡਿਟ ਫੀਸ। ਠੀਕ ਹੈ, ਟੂ ਪੋਸਟੇਜ, ਟੂ ਟੈਲੀਫੋਨ ਐਕਸਪੈਂਸਿਸ, टू सैंडरी जर्नल एक्सपेंसिस, टू ट्रेड एक्सपेंसिस, टू ऑफिस लाइटिंग एक्सपेंसिस। ठीक है, मीन ਜਿਹੜੇ ਵੀ ਖਰਚੇ ਅਸੀਂ ਕੀ ਕਰਨੇ, ਡੈਬਿਟ ਕਰਨੇ ਆ। ਤੁਸੀਂ ਯਾਦ ਰੱਖਣਾ ਹੈ ਕਿ ਕਿਹੜੀ ਚੀਜ਼ ਅਸੀਂ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ ਪਾਣੀ ਹੈ, ਕਿਹੜੀ ਅਸੀਂ ਟ੍ਰੇਡਿੰਗ ਅਕਾਊਂਟ ਦੇ ਵਿੱਚ ਪਾਣੀ ਹੈ। ਠੀਕ ਹੈ, ਟੂ ਐਡਵਰਟਾਈਜ਼ਮੈਂਟ ਦੇ ਐਕਸਪੈਂਸਿਸ, ਡੈਪਰੀਸ਼ੀਏਸ਼ਨ ਕਿਸੇ ਵੀ ਫਿਕਸ ਐਸਟ 'ਤੇ ਜੋ ਸਾਨੂੰ ਡੈਪਰੀਸ਼ੀਏਸ਼ਨ ਹੁੰਦੀ ਹੈ, ਕਿਸਾਵਟ ਹੁੰਦੀ ਹੈ। ਠੀਕ ਹੈ, ਉਹ ਅਸੀਂ ਡੈਬਿਟ ਕਰਾਂਗੇ ਕਿਉਂਕਿ ਉਹ ਸਾਡਾ ਖਰਚਾ ਹੀ ਹੈ। ਟੂ ਐਕਸਪੋਰਟ ਡਿਊਟੀ, ਟੂ ਡਿਸਕਾਊਂਟ ਅਲਾਊਡ। ਠੀਕ ਹੈ, ਡਿਸਕਾਊਂਟ ਅਲਾਊਡ ਨੂੰ ਅਸੀਂ ਕੀ ਕਰਾਂਗੇ, ਡੈਬਿਟ। ਅਸੀਂ ਡੈਬਿਟ ਹੀ ਕਰਦੇ ਸੀਗੇ। ਉਹ ਜਿਹੜਾ ਡਿਸਕਾਊਂਟ ਰਿਸੀਵ ਸੀ ਅਸੀਂ ਉਹਨੂੰ ਕੀ ਕਰਦੇ ਹਾਂ, ਕ੍ਰੈਡਿਟ। ਤਾਂ ਉਹ ਕੀ ਕਰਾਂਗੇ ਅਸੀਂ, ਉਹ ਕ੍ਰੈਡਿਟ ਸਾਈਡ ਪਾਵਾਂਗੇ। ਦੇਖੋ ਕ੍ਰੈਡਿਟ ਸਾਈਡ ਪਾਇਆ ਹੋਇਆ, ਟੂ ਡਿਸਕਾਊਂਟ ਰਿਸੀਵਡ ਅਕਾਊਂਟ। ਟੂ ਬੈਂਕ ਚਾਰਜਸ, ਟੂ ਇੰਟਰਸਟ ਔਨ ਲੋਨ, ਟੂ ਰਿਪੇਅਰਸ, ਚੈਰਿਟੀ ਡੋਨੇਸ਼ਨ, ਬੈਡ ਡੈਟਸ ਹੈ। ਠੀਕ ਹੈ, ਉਹ ਅਸੀਂ ਇਹਦੇ ਵਿੱਚ ਪਾਵਾਂਗੇ। ਇਹ ਰਿਕਵਰੇਬਲ ਅਮਾਊਂਟ ਹੁੰਦੀ ਹੈ ਜੋ ਸਾਨੂੰ ਰਿਕਵਰ ਨਹੀਂ ਹੁੰਦੀ, ਬਟ ਕਿਆ ਹੋ ਜਾਂਦਾ ਐਟ ਦਾ ਐਂਡ ਉਹ ਸਾਡੇ ਐਕਸਪੈਂਸਿਸ ਖਰਚਾ ਹੀ ਬਣ ਜਾਂਦਾ ਹੈ। ਠੀਕ ਹੈ, ਟੂ ਇੰਟਰਸਟ ਔਨ ਕੈਪੀਟਲ, ਜੇ ਸਾਨੂੰ ਕੈਪੀਟਲ 'ਤੇ ਕੋਈ ਇੰਟਰਸਟ ਹੈ ਉਹ ਅਸੀਂ ਉਹਦੇ ਪਾਵਾਂਗੇ। ਠੀਕ ਹੈ, ਟਰੈਵਲਿੰਗ ਐਕਸਪੈਂਸਿਸ, ਇਸਟੈਬਲਿਸ਼ਮੈਂਟ ਐਕਸਪੈਂਸਿਸ, ਕੈਰੇਜ ਆਊਟਵਰਡ। ਠੀਕ ਹੈ, ਕੈਰੇਜ ਆਊਟਵਰਡ ਅਸੀਂ ਇਹਦੇ ਵਿੱਚ ਪਾਉਣਾ ਹੈ, ਕੈਰੇਜ ਇਨਵਰਡ ਅਸੀਂ ਟ੍ਰੇਡਿੰਗ ਅਕਾਊਂਟ 'ਚ ਪਾਉਣਾ ਹੈ। ਠੀਕ ਹੈ, ਟੂ ਲੋਸ ਬਾਏ ਫਾਇਰ, ਥੈਫਟ, ਕੁਛ ਵੀ। ਠੀਕ ਹੈ, ਉਸ ਤੋਂ ਬਾਅਦ ਹੈ ਕ੍ਰੈਡਿਟ ਸਾਈਡ ਕੀ ਪਾਉਣਾ, ਜੋ ਵੀ ਚੀਜ਼ ਸਾਨੂੰ ਰਿਸੀਵ ਹੋਈ ਹੈ, ਜਿਵੇਂ ਡਿਸਕਾਊਂਟ ਰਿਸੀਵ ਹੋਇਆ ਹੈ। ਠੀਕ ਹੈ, ਸਾਡੇ ਕੋਲ ਪੈਸੇ ਹੀ ਆਇਆ ਨਾ, ਰੈਂਟ ਰਿਸੀਵ ਹੋਇਆ, ਇੰਟਰਸਟ ਰਿਸੀਵ ਹੋਇਆ, ਕਮਿਸ਼ਨ ਰਿਸੀਵ ਹੋਇਆ। ਮੀਨ ਜਿਹੜੀ ਵੀ ਚੀਜ਼ ਰਿਸੀਵ ਹੋਈ ਹੈ ਅਸੀਂ ਕ੍ਰੈਡਿਟ ਕਰਨੀ ਹੈ। ਮਿਸਲੇਨੀਅਸ ਇਨਕਮ, ਕੋਈ ਇਨਕਮ ਹੋਈ ਹੈ, ਪ੍ਰੋਫਿਟ ਹੋਇਆ ਹੈ। ਠੀਕ ਹੈ, ਪ੍ਰੋਫਿਟ ਹੋਇਆ ਔਨ ਦਾ ਸੇਲ ਆਫ ਦਾ
और न्यूज़पेपर, ठीक है, कोई भी इनकम होई किसी अदर सोर्स तो, डिविडेंड रिसीव होया, ठीक है। जिवें हुण असीं ट्रेडिंग अकाउंट दे विच ग्रोस प्रॉफिट एंड ग्रोस लॉस कढदे सीगे, ठीक है, तो असीं प्रॉफिट एंड लॉस अकाउंट दे विच की कढना है, नैट प्रॉफिट जां फिर नैट लॉस, ठीक है। देखो हुण जिवें भी तुहानूं मैं किहा सी क्रैडिट दा ज़्यादा टोटल आंदा है ना डैबिट नालों तो साडा नैट प्रॉफिट निकलेगा। अगर डैबिट दा साडा ज़्यादा बैलेंस आ रहा है क्रेडिट नालों तो की होएगा, नैट लॉस होएगा। फिर उसे ट्रांसफर कर देंगे टू द कैपिटल अकाउंट, ठीक है। मीन कैपिटल अकाउंट के असीं किवें दी एडजस्टमेंट करनी है वो तुहानूं जदों बैलेंस शीट करावांगे उदों करांगे, बट हुण तुसीं यही याद रखना है कि प्रॉफिट एंड लॉस का की परफॉर्मा हुंदा है, ठीक है। अज असीं इहदा भी एक क्वेश्चन कर लैंदे आ कि प्रॉफिट एंड लॉस अकाउंट नूं किवें प्रिपेयर करते हैं, ठीक है। जिवें देखो ये क्वेश्चन दिता है कि प्रिपरेशन ऑफ प्रॉफिट एंड लॉस अकाउंट फ्रॉम द फॉलोइंग बैलेंस ऑफ द मिसेस शालिनी अरोड़ा प्रिपेयर प्रॉफिट एंड लॉस अकाउंट फॉर द ईयर एंडेड March 31, 2016, ठीक है। ग्रोस लॉस है, ठीक है, सैलरीज दी हुई है। देखो ग्रोस लॉस है, ग्रोस लॉस में की करते डैबिट या क्रेडिट, ठीक है, इन्हें असी डैबिट करांगे। सैलरीज है ये भी सारी डैबिट होणगियां, ठीक है। रेंटल रेट्स है, ठीक है, ये भी खर्चा है साडा भी डैबिट होएगा। रिपेयर्स डैबिट होणगियां, ठीक है। एडवरटाइजमेंट डैबिट होएगा। प्रॉफिट ऑन सेल ऑफ लैंड, जी प्रॉफिट होया है फिर असीं उहनूं की करांगे कि प्रॉफिट नूं असीं की करदे हां क्रेडिट, इस क्रेडिट साइड पेगा। स्टेशनरी है, ठीक है, दे खर्चे है, पोस्टेज दे, इंश्योरेंस दे, डेप्रीशिएशन दे, लॉस बाय फायर है, ठीक है, ये सारे की हो जाएंगे ये क्रेडिट डैबिट हो जाएंगे, ठीक है। इंटरस्ट रिसीव्ड है, रिसीव हुई चीज़ है जो कोई प्रॉफिट है इनकम है असीं उहनूं की करना है, असीं क्रेडिट करना है, ठीक है। देखो हुण असीं बना लेंगे टू ग्रोस लॉस, ठीक है। पर असीं परफॉर्मा बनावांगे टी शेप का, उत्ते लिख देंगे मिसेस शालिनी का है फॉर द ईयर एंडेड 31 March 2016 का, ठीक है। हुण देखो ग्रोस लॉस है, डेबिट आएगा टू ग्रोस लॉस। सैलरीज असीं पा देनी है 10,000 दियां, 10,000 दियां पा दित्तियां ने, ठीक है। नैक्सट है रेंट एंड द रेट्स, रिपेयर्स, एडवरटाइजमेंट, तीनों चीज़ा है जो तीनों चीज़ा असीं रेंट, रिपेयर्स, एडवरटाइजमेंट और डेबिट कर देंगे, ठीक है। नैक्सट प्रॉफिट ऑन सेल ऑफ लैंड, एक ही होना सी क्रेडिट, तो असीं नूं की कर देंगे क्रेडिट साइड पा देंगे बाय प्रॉफिट ऑन सेल ऑफ लैंड, ठीक है, 80,000। नैक्सट है देखो स्टेशनरी, पोस्टेज, इंश्योरेंस, डेप्रीशिएशन, ये सानूं पता है कि 5 ट्रांजैक्शंस की होणगियां डैबिट होणगियां, तो असीं इसनूं डैबिट साइड पे पा देंगे स्टेशनरी, ठीक है, स्टेशनरी, पोस्टेज, इंश्योरेंस, डेप्रीशिएशन एंड लॉस बाय फायर। उस तो बाद लास्ट हैगी इंटरस्ट रिसीव। इंटरस्ट रिसीव कितना है 12,000, असीं नूं क्रेडिट साइड पावांगे क्योंकि साडा इंटरस्ट रिसीव होया है, ठीक है। प्रॉफिट है सानूं 12,000। हुण देखो असीं डैबिट और क्रेडिट का टोटल करना है। साडा इस साइड क्रेडिट का टोटल कितना आ रहा है 92,000, ठीक है। नैक्सट देखो अगर असीं इहदा बैलेंस घट आया सी, ठीक है, इहदे चों माइनस करिया कितना रह गया 47,300, ठीक है। ये साडा फिर की आ गया नैट प्रॉफिट, बैलेंसिंग फिगर है साडी, ठीक है। इस तरह से इहदा प्रॉफिट एंड लॉस अकाउंट का क्वेश्चन करना है।